ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਵਿਚਾਰ ਰਹੇ ਹਾਂ। 802 ਅੰਗ ਤੇ ਰਾਗ ਬਿਲਾਵਲ ਦੇ ਪਾਵਨ ਸ਼ਬਦ ਜੋ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ, ਵਿਚਾਰ ਰਹੇ ਹਾਂ। ਆਓ ਸੁਰਤ ਬਿਰਤ ਇਕਾਗਰ ਕਰਕੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਵੇਖੈ ਬਨ ਫੀਕਾ ਤਿਆਗ ਸਖੀਏ, ਨਾਮ ਮਹਾਰਸ ਪੀਓ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੀ ਸਖੀਏ ਰੀ ਸਖੀਏ। ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਰੀ ਸਖੀਏ। ਆ ਜਿਹੜਾ ਵਿਸ਼ਿਆਂ ਵਿਕਾਰਾਂ ਦਾ ਬਨ ਦਾ ਇੱਥੇ ਅਰਥ ਕਰਾਂਗੇ ਜਲ, ਪਾਣੀ। ਆ ਜਿਹੜਾ ਵਿਸ਼ਿਆਂ ਤੇ ਵਿਕਾਰਾਂ ਦਾ ਪਾਣੀ ਜਲ ਹੈ, ਇਹ ਫਿੱਕਾ ਆ, ਇਹਨੂੰ ਤਿਆਗ ਦੇ। ਵੇਖੈ ਬਨ ਫੀਕਾ, ਵਿਸ਼ਿਆਂ ਦਾ ਇਹ ਪਾਣੀ ਫਿੱਕਾ ਹੈ। ਤੈਨੂੰ ਜਾਪਦਾ ਵੀ ਮਿੱਠਾ ਹੈ, ਪਰ ਇਹ ਮਿੱਠਾ ਹੈ ਨਹੀਂ, ਇਹ ਫਿੱਕਾ ਹੈ। ਵਿਸ਼ਿਆਂ ਵਿਕਾਰਾਂ ਦੇ ਇਸ ਜਲ ਨੂੰ ਤਿਆਗ, ਇਹ ਫਿੱਕਾ ਹੈ। ਇਹਨੂੰ ਤਿਆਗ ਕੇ ਹੇ ਸਖੀਏ, ਨਾਮ ਦਾ ਜੋ ਮਹਾਰਸ ਹੈ ਉਸ ਨੂੰ ਪੀ। ਜੋ ਮਹਾਰਸ ਹੈ, ਨਾਮ ਮਹਾਰਸ ਪੀਓ। ਨਾਮ ਦਾ ਮਹਾਰਸ, ਜਿਸ ਰਸ ਜਿਹਾ ਕੋਈ ਰਸ ਹੀ ਨਹੀਂ ਹੈ ਸੰਸਾਰ ਵਿੱਚ, ਉਹ ਮਿੱਠਾ ਹੈ। ਜਿਸ ਮਿੱਠੇ ਰਸ ਨੂੰ ਪੀਣ ਤੋਂ ਬਾਅਦ ਭਗਤਾਂ ਨੇ ਕਿਹਾ ਵਾਹਿਗੁਰੂ ਇਹ ਐਸਾ ਮਿੱਠਾ ਹੈ ਕਿ ਇਸ ਮਿੱਠੇ ਨੂੰ ਚਖਦਿਆਂ ਦੁਨੀਆਂ ਦੀਆਂ ਸਾਰੀਆਂ ਵਸਤੂਆਂ ਫਿੱਕੀਆਂ ਪ੍ਰਤੀਤ ਹੋਣ ਲੱਗ ਪਈਆਂ ਨੇ, ਔਰ ਇਹ ਜਾਪਣ ਲੱਗ ਪਿਆ ਹੈ ਕਿ ਰੱਬ ਦੇ ਨਾਮ ਤੋਂ ਮਿੱਠਾ ਕੁਝ ਵੀ ਨਹੀਂ। ਸ਼ੱਕਰ, ਖੰਡ, ਨਿਵਾਤ, ਗੁੜ, ਮਾਖੀਓ, ਮਾਝਾ, ਦੁੱਧ, ਇਹ ਸਾਰੀਆਂ ਉਸ ਮਿਠਾਸ ਦੇ ਬਰਾਬਰ ਨਹੀਂ। ਤੂੰ ਪਾਤਸ਼ਾਹ ਕਹਿੰਦੇ ਵਿਸ਼ਿਆਂ ਵਿਕਾਰਾਂ ਦੇ ਇਸ ਜਲ ਦਾ ਤਿਆਗ ਕਰ ਜੋ ਫਿੱਕਾ ਹੈ, ਔਰ ਨਾਮ ਦਾ ਜੋ ਮਹਾਰਸ ਹੈ ਉਸ ਨੂੰ ਪੀ, ਉਸ ਨੂੰ ਆਪਣੇ ਸਵੈ ਅੰਤਰ ਮਾਣ। ਬਿਨ ਰਸ ਚਾਖੇ ਬੁੱਢ ਗਏ ਸਗਲੇ, ਸੁਖੀ ਨ ਹੋਵਤ ਜੀਓ। ਪਰਮੇਸ਼ਰ ਦੇ ਨਾਮ ਰਸ ਨੂੰ ਚੱਖੇ ਬਿਨਾ ਸਾਰੀ ਦੁਨੀਆ ਡੁੱਬ ਰਹੀ ਹੈ। ਬੁੱਢ ਗਈ ਸਗਲੀ, ਸਾਰੀ ਲੋਕਾਈ। ਬੁੱਢ ਗਈ ਦਾ ਮਤਲਬ ਹੁੰਦਾ ਡੁੱਬ ਗਈ ਆ ਦੁਨੀਆ ਦੀ ਲੋਕਾਈ। ਜਦੋਂ ਇਹ ਨਾਮ ਦਾ ਰਸ ਚੱਖਿਆ ਹੀ ਨਹੀਂ, ਵਿਸ਼ੇ ਵਿਕਾਰਾਂ ਵਿੱਚ ਉਲਝੀ ਰਹੀ, ਤੋ ਸਾਰੀ ਲੋਕਾਈ ਬੁੱਢ ਗਈ, ਡੁੱਬ ਗਈ ਬਿਖੈ ਰਸ। ਸੁਖੀ ਨਾ ਹੋਵਤ ਜੀਓ, ਕਿਉਂਕਿ ਜਦੋਂ ਤੱਕ ਇਹ ਨਾਮ ਦਾ ਮਹਾਰਸ ਨਹੀਂ ਤੂੰ ਮਾਣਦਾ ਸੱਜਣਾ, ਉਦੋਂ ਤੱਕ ਤੇਰਾ ਹਿਰਦਾ ਸੁਖੀ ਨਹੀਂ ਹੋਣਾ। ਉਦੋਂ ਤੱਕ ਤੇਰੇ ਜੀੜੇ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋਣੀ। ਹਾਂਜੀ। ਮਾਨ ਮਹਤ ਨ ਸਕਤ ਹੈ ਕਾਏ, ਸਾਧਾ ਦਾਸੇ ਥੀਓ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਜੀਵ ਨੂੰ ਜੇ ਮਾਣ ਦਿੱਤਾ ਹੈ, ਕੋਈ ਮਹੱਤ ਵਡਿਆਈ ਦਿੱਤੀ ਹੈ, ਕੋਈ ਸ਼ਕਤੀ ਦਿੱਤੀ ਹੈ, ਤੇ ਹੁਣ ਇਹ ਆਖੇ ਕਿ ਮੇਰੇ ਕੋਲ ਜਿਹੜਾ ਇਹ ਮਾਣ ਹੈ, ਜਾਂ ਮੇਰੇ ਕੋਲੇ ਜਿਹੜੀ ਵਡਿਆਈ ਹੈ, ਜਾਂ ਮੇਰੇ ਕੋਲੇ ਜਿਹੜੀ ਸ਼ਕਤੀ ਹੈ, ਇਹਦੇ ਜ਼ੋਰ ਨਾਲ ਮੈਂ ਨਾਮ ਦਾ ਮਹਾਂ ਰਸ ਲੈ ਸਕਦਾ, ਤਾਂ ਕਹਿੰਦੇ ਇਹ ਭਰਮ ਹਿਰਦੇ ਚੋਂ ਕੱਢ ਦੇ। ਪੁੱਛਿਆ ਮਹਾਰਾਜ ਜੇ ਇਹਨਾਂ ਨਾਲ ਇਹ ਨਾਮ ਰਸ ਨਹੀਂ ਮਿਲਦਾ, ਕਿਵੇਂ ਮਿਲਦਾ? ਕਹਿੰਦੇ ਸਾਧਾਂ ਦਾਸੀ ਥੀਓ, ਸਾਧੂਆਂ ਦੇ ਚਰਨਾਂ ਦੇ ਦਾਸ ਹੋ ਜਾਓ, ਉੱਥੋਂ ਇਹ ਨਾਮ ਦਾ ਮਹਾਰਸ ਪ੍ਰਾਪਤ ਹੋ ਜਾਏਗਾ। ਦਾਸ ਬਣਿਆ ਮਿਲੇਗਾ। ਜੇ ਕਹੇ ਵੀ ਮੇਰੇ ਕੋਲ ਮਾਣ ਹੈ, ਮੇਰੇ ਕੋਲ ਵਡਿਆਈ ਹੈ, ਮੇਰੇ ਕੋਲ ਸ਼ਕਤੀ ਹੈ, ਤੇ ਮੈਂ ਇਹਦੇ ਬਲ ਨਾਲ, ਇਹਦੀ ਸ਼ਕਤੀ ਨਾਲ ਲੈ ਲਵਾਂਗਾ ਕੁਝ,
ਤੇ ਕਹਿੰਦੇ ਏਦਾਂ ਨਹੀਂ ਜੇ ਮਿਲਦਾ। ਇਹ ਤਾਂ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੇ ਦਾਸ ਹੋਇਆਂ ਪ੍ਰਾਪਤ ਹੁੰਦਾ ਹੈ। ਨਾਨਕ ਸੇ ਦਰ ਸ਼ੋਭਾਵੰਤ ਜੋ ਪ੍ਰਭ ਆਪੁਨੈ ਕੀਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਉਹ ਨਿਰੰਕਾਰ ਪਰਮੇਸ਼ਰ ਦੇ ਘਰ-ਦਰ ਵਿੱਚ ਸੋਭਾ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਕਰ ਲਿਆ। ਜੋ ਪ੍ਰਭ ਆਪਣਾ ਕੀਓ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣਾ ਕਰ ਲਿਆ, ਆਪਣਾ ਬਣਾ ਲਿਆ, ਉਸ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਸੋਭਾ ਪਾਉਂਦੇ ਹਨ। ਹਾਰ ਚੰਦੌਰੇ ਚਿਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਧਰਮ ਛਾਇਆ। ਹਰ ਚੰਦੌਰੀ, ਹਰ ਚੰਦੌਰੀ ਕਹਿੰਦੇ ਆਕਾਸ਼ ਵਿੱਚ ਬਣੇ ਹੋਏ ਬੱਦਲਾਂ ਦੀ ਝੂਠੀ ਜੀ ਨਗਰੀ ਵੇਖ ਕੇ ਬੰਦਾ ਕਹੇ ਉਸ ਗੰਧਰਵ ਨਗਰੀ ਨੂੰ ਇਹ ਸੱਚ ਹੈ, ਉਹ ਕੇਵਲ ਭਰਮ ਕਰਕੇ ਦਿਸਦੀ ਹੈ। ਆਪਾਂ ਆਕਾਸ਼ ਵਿੱਚ ਵੇਖਦੇ ਆ ਨਾ ਨਿਗਾਹ ਮਾਰ ਕੇ, ਤੇ ਆਕਾਸ਼ ਨੀਲੇ ਰੰਗ ਦਾ ਦਿਸਦਾ। ਸੱਚਾਈ ਇਹ ਹੈ ਵੀ ਆਕਾਸ਼ ਦਾ ਰੰਗ ਹੈ ਹੀ ਨਹੀਂ ਕੋਈ। ਜਿਹੜਾ ਨੀਲਾ ਰੰਗ ਨਜ਼ਰ ਆਉਂਦਾ ਨਾ ਆਕਾਸ਼ ਵਿੱਚ, ਇਹ ਸਾਡੀ ਨਜ਼ਰ ਦਾ ਭਰਮ ਹੈ, ਉਹ ਭਰਮ ਕਰਕੇ ਦਿਸ ਰਿਹਾ। ਅਸਲ ਵਿੱਚ ਤਾਂ ਆਕਾਸ਼ ਦਾ ਤਾਂ ਕੋਈ ਰੰਗ ਹੀ ਨਹੀਂ ਹੈ। ਇਸੇ ਤਰ੍ਹਾਂ ਗੰਧਰਵ ਨਗਰੀਆਂ ਆਕਾਸ਼ ਵਿੱਚ ਦਿਸਦੀਆਂ ਨੇ, ਉਹ ਵੇਖਣ ਨੂੰ ਪ੍ਰਤੀਤ ਹੁੰਦੀਆਂ ਵੀ ਇਹ ਸੱਚ ਨੇ, ਪਰ ਉਹ ਭਰਮ ਦੀ ਦਸ਼ਾ ਵਿੱਚ ਹੁੰਦੇ ਆ। ਫਿਰ ਹੈ ਮ੍ਰਿਗ ਤ੍ਰਿਸ਼ਨਾ। ਮ੍ਰਿਗ ਤ੍ਰਿਸ਼ਨਾ ਦਾ ਜਲ ਉਹ ਕੀ ਹੈ? ਹਿਰਨ ਨੂੰ ਪਿਆਸ ਲੱਗਦੀ ਹੈ ਮਰੁਸਥਲ ਦੇ ਇਲਾਕਿਆਂ ਵਿੱਚ, ਰੇਤਲੇ ਇਲਾਕਿਆਂ ਵਿੱਚ, ਦੂਰ ਪਈ ਰੇਤਾ ਉਹਨੂੰ ਪਾਣੀ ਵਾਂਗੂ ਚਮਕਦੀ ਦਿਸਦੀ, ਭੱਜ ਕੇ ਜਾਂਦਾ ਪੀਣ ਲਈ, ਪਰ ਉੱਥੋਂ ਪਾਣੀ ਨਹੀਂ ਮਿਲਦਾ, ਉਹ ਹੋਰ ਪਰੇ ਦੂਰ ਲੱਗਣ ਲੱਗ ਪੈਂਦੀ। ਏਦਾਂ ਭੱਜਦਾ ਭੱਜਦਾ ਭਟਕਦਾ ਭਟਕਦਾ ਆਖਰਕਾਰ ਹੰਬ ਹੰਬ ਕੇ ਮਰ ਜਾਂਦਾ। ਇਹ ਸੰਸਾਰ ਵੀ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ, ਜਿਸ ਨੂੰ ਪੀ ਕੇ ਕਦੇ ਕਿਸੇ ਦੀ ਪਿਆਸ ਨਹੀਂ ਬੁੱਝੀ। ਤੀਜੀ ਉਦਾਹਰਣ ਧਰਮ ਛਾਇਆ। ਧਰਮ ਕਹਿੰਦੇ ਨੇ ਦਰਖਤ ਨੂੰ। ਦਰਖਤ ਦੀ ਛਾਂ ਇੱਕ ਜਗ੍ਹਾ ਤੇ ਸਥਿਰ ਨਹੀਂ ਹੁੰਦੀ। ਜਦੋਂ ਸੂਰਿਆ ਉਦੈ ਹੋਇਆ ਉਸ ਵੇਲੇ ਦਰਖਤ ਦੀ ਛਾਂ ਜਿੱਥੇ ਹੁੰਦੀ ਹੈ, ਘੰਟੇ 2 ਘੰਟੇ ਬਾਅਦ ਉੱਥੋਂ ਬਦਲ ਜਾਂਦੀ ਹੈ, ਸ਼ਾਮ ਤੱਕ ਬਿਲਕੁਲ ਉਲਟੀ ਦਿਸ਼ਾ 'ਚ ਚਲੀ ਜਾਂਦੀ। ਜਿਵੇਂ ਕਿਸੇ ਦਰਖਤ ਦੀ ਛਾਂ ਨਹੀਂ ਸदैवी ਟਿਕਦੀ, ਇਸੇ ਤਰ੍ਹਾਂ ਇਹ ਸੰਸਾਰ ਵੀ ਸदैवी ਨਹੀਂ ਹੈ। ਇਹ ਵੀ ਸदैवी ਨਹੀਂ ਟਿਕਦਾ, ਇਹ ਵੀ ਨਾਸ਼ਵਾਨ ਤੇ ਬਿਨਸਣ ਵਾਲਾ ਹੈ। ਚੰਚਲ ਸੰਗ ਨ ਚਾਲਤੇ ਸਖੀਏ ਅੰਤ ਤਜ ਜਾਵਤ ਮਾਇਆ। ਇਹ ਮਾਇਆ ਚੰਚਲ ਹੈ, ਇਹ ਚੰਚਲ ਮਾਇਆ ਨਾਲ ਨਹੀਂ ਚੱਲਦੀ। ਇਹ ਸਖੀਏ ਨਾਲ ਨਹੀਂ ਚੱਲਣੀ। ਅੰਤ ਨੂੰ ਤਾਂ ਇਹ ਤਜ ਕੇ ਛੱਡ ਕੇ ਜਾਵੇਗੀ ਹੀ ਜਾਵੇਗੀ। ਚੰਚਲ ਮਾਇਆ ਨਾਲ ਨਹੀਂ ਚੱਲਦੀ। ਜਿਵੇਂ ਕੋਈ ਬਾਲਕ ਚੰਚਲ ਹੋਵੇ, ਤੁਸੀਂ ਉਂਗਲ ਫੜ ਫੜ ਟੋਰ ਦਿਓ, ਜੇ ਮਾੜਾ ਜਿਹਾ ਹੱਥ ਛੱਡ ਦਿਓ ਫਿਰ ਸੱਜੇ ਖੱਬੇ। ਤੇ ਮਾਇਆ ਤਾਂ ਬਹੁਤ ਤੇਜ਼ ਹੈ, ਬੜੀ ਚੰਚਲ ਹੈ, ਕਿਵੇਂ ਨਾਲ ਚੱਲੇ ਤਾਂ ਫੜੀ ਵੀ ਨਹੀਂ ਜਾਂਦੀ। ਅੰਤ ਨੂੰ ਜਦੋਂ ਇਹ ਜਾਏਗੀ ਛੱਡ ਕੇ, ਉਦੋਂ ਕੇਵਲ ਪਛਤਾਵਾ ਹੀ ਰਹਿ ਜਾਏਗਾ। ਰਸ ਭੋਗਣ ਅਤ ਰੂਪ ਰਸ ਮਤ ਇਨ ਸੰਗ ਸੁਖ ਨ ਪਾਇਆ। ਰਸ ਭੋਗਦਾ ਹੈ ਸੰਸਾਰ ਦੇ ਵਿੱਚ ਜੀਵ, ਅਤੀ ਰੂਪ ਦੇ ਰਸ ਦੇ ਵਿੱਚ ਮਸਤ ਹੋਇਆ ਫਿਰਦਾ ਹੈ। ਮੇਰੇ ਕੋਲ ਹਾਂ ਵੱਡ, ਮੈਂ ਵੱਡਾ, ਮੈਂ ਸੁੰਦਰ, ਮੈਂ ਕੁਲੀਨ, ਮੈਂ ਚਤਰ। ਕਹਿੰਦੇ ਇਸੇ ਰਸ ਦੇ ਵਿੱਚ ਮੱਤਿਆ ਹੋਇਆ ਮਨੁੱਖ, ਇਹਨਾਂ ਵਿੱਚ ਲੱਗਾ ਹੋਇਆ ਮਨੁੱਖ ਕਦੇ ਵੀ ਸੁਖ ਨਹੀਂ ਪਾਉਂਦਾ। ਰਸਾਂ ਨੂੰ ਭੋਗਦਿਆਂ, ਅਤੀ ਰੂਪ ਰਸ ਦੇ ਰੰਗ ਵਿੱਚ ਮਸਤ ਹੋਇਆਂ, ਇਨ ਸੰਗ ਸੁਖ ਨਾ ਪਾਇਆ। ਇਹਨਾਂ ਦੇ ਨਾਲ ਇਹਨੂੰ ਕਦੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਹਾਂਜੀ। ਧੰਨ ਧੰਨ ਹਰ ਸਾਧ ਜਨ ਸਖੀਏ
ਨਾਨਕ ਜਿਨੇ ਨਾਮ ਤੇ ਆਇਆ। ਧਨ ਹਨ ਧਨ ਹਨ ਧਨ ਹਨ ਹਰੀ ਦੇ ਸਾਧ ਜਨ ਹੈ ਸਖੀਏ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਧਿਆਇਆ, ਉਹ ਸਾਧੂ ਜਨ ਧਨ ਹਨ ਧਨ ਹਨ ਧਨ ਹਨ। ਸਾਨੂੰ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਨਹੀਂ ਸਖੀਏ, ਉਹ ਸਾਧੂ ਜਨ ਧਨ ਹਨ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ। ਜਾਏ ਬਸੋ ਵਡ ਭਾਗਣੀ ਸਖੀਏ, ਸੰਤਾਂ ਸੰਗ ਸਮਾਈਐ। ਏ ਵਡ ਭਾਗਣੀ ਵੱਡਿਆਂ ਭਾਗਾਂ ਵਾਲੀਏ ਸਖੀਏ, ਜਾਏ ਬਸੋ ਕਿੱਥੇ ਜੀ? ਕਹਿੰਦੇ ਜੀ ਸੰਤਾਂ ਦੀ ਸੰਗਤ ਵਿੱਚ ਜਾ ਕੇ ਵਸੋ, ਕਿਉਂਕਿ ਸੰਤ ਜਨਾਂ ਦੀ ਸੰਗਤ ਵਿੱਚ ਜਾ ਕੇ ਜਦੋਂ ਸਮਾਓਗੇ ਉੱਥੋਂ ਬਹੁਤ ਕੁਝ ਹਾਸਲ ਹੋਵੇਗਾ, ਬਹੁਤ ਕੁਝ ਪ੍ਰਾਪਤ ਹੋਵੇਗਾ, ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸ ਕਰਕੇ ਹੇ ਵੱਡੇ ਭਾਗਾਂ ਵਾਲਿਓ ਸਖੀਓ, ਜਾ ਕੇ ਵਸੋ ਸੰਤਾਂ ਦੀ ਸੰਗਤ ਵਿੱਚ ਵਸ ਜਾਓ, ਯਾਨੀ ਕਿ ਉੱਥੇ ਆਪਣੀ ਹੰਗਤਾ ਭਾਵ ਨੂੰ ਤਿਆਗ ਕੇ ਨਿਵਾਸ ਕਰੋ ਸਾਧੂਆਂ ਦੀ ਸੰਗਤ ਵਿੱਚ। ਹਾਂਜੀ, ਤਹ ਦੁਖ ਨਾ ਭੂਖ ਨਾ ਰੋਗ ਵਿਆਪੈ, ਚਰਨ ਕਮਲ ਲਿਵ ਲਾਈਐ। ਜਦੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਆਪਣੀ ਲਿਵ ਲਾ ਲਓਗੇ, ਲਿਵ ਲੱਗ ਜਾਏਗੀ ਵਾਹਿਗੁਰੂ ਦੇ ਚਰਨਾਂ ਨਾਲ, ਉੱਥੇ ਲਿਵ ਲੱਗਿਆਂ ਹੋਇਆਂ ਦੇ ਅੰਦਰ ਨਾ ਕੋਈ ਦੁੱਖ ਹੈ, ਨਾ ਕੋਈ ਭੁੱਖ ਹੈ, ਨਾ ਕੋਈ ਰੋਗ ਹੈ। ਉਹਨਾਂ ਨੂੰ ਕੋਈ ਦੁੱਖ, ਕੋਈ ਭੁੱਖ, ਕੋਈ ਰੋਗ ਨਹੀਂ ਵਿਆਪਦਾ, ਜਿਨ੍ਹਾਂ ਦਾ ਉਸ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਧਿਆਨ ਜੁੜਿਆ ਹੋਇਆ। ਕਾਮ ਕ੍ਰੋਧ ਆਦਿਕ ਰੋਗ ਨਹੀਂ ਵਿਆਪਦੇ, ਭੁੱਖ ਨਹੀਂ ਵਿਆਪਦੀ ਕਿਸੇ ਪਦਾਰਥ ਦੀ, ਨਾ ਜਨਮ ਤੇ ਮਰਨ ਦਾ ਕੋਈ ਦੁੱਖ ਵਿਆਪਦਾ ਹੈ। ਇਹ ਸਾਰੇ ਦੁੱਖ ਭੁੱਖ ਰੋਗ ਉਹਨਾਂ ਦੇ ਹਿਰਦੇ ਚੋਂ ਦੂਰ ਤੇ ਨਿਰਵਿਰਤ ਹੋ ਜਾਂਦੇ ਹਨ, ਜਿਹੜੇ ਉਸ ਵਾਹਿਗੁਰੂ ਵਿਧਾਤੇ ਦੇ ਚਰਨਾਂ ਨਾਲ ਆਪਣੀ ਲਿਵ ਲਾ ਕੇ ਰੱਖਦੇ ਹਨ। ਤਹ ਜਨਮ ਨ ਮਰਨ ਨ ਆਵਣ ਜਾਣਾ, ਨਿਹਚਲ ਸਰਣੇ ਪਾਈਐ। ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਨਿਹਚਲ ਸ਼ਰਨ ਨੂੰ ਪ੍ਰਾਪਤ ਕਰ ਲਿਆ, ਉੱਥੇ ਪਹੁੰਚ ਕੇ ਉਹਦੀ ਸ਼ਰਨ 'ਚ ਪਹੁੰਚ ਕੇ ਨਾ ਹੁਣ ਜਨਮ ਹੈ ਤੇ ਨਾ ਮਰਨ ਹੈ। ਆਮ ਕਰਕੇ ਕਈ ਕਹਿ ਦਿੰਦੇ ਆ ਜੀ ਕੋਈ ਜਨਮ ਮਰਨ ਨਹੀਂ ਹੁੰਦਾ। ਜਿਹੜੇ ਉੱਥੇ ਪਹੁੰਚ ਗਏ ਨਾ, ਜਿੱਥੇ ਮਹਾਰਾਜ ਜੀ ਇੱਥੇ ਬਚਨ ਕਰ ਰਹੇ ਨੇ ਨਿਹਚਲ ਦੀ ਸ਼ਰਨ ਵਿੱਚ, ਉੱਥੇ ਜਨਮ ਮਰਨ ਨਹੀਂ। ਇਸ ਧਰਤੀ ਦੇ ਨੇੜੇ ਤੇੜੇ ਦਾਇਰੇ ਵਿੱਚ ਜੋ ਹੈ, ਇੱਥੋਂ 5000 10,000 ਫੁੱਟ ਤਾਂ ਨੂੰ ਚਲੇ ਜਾਏ, ਕੋਈ 20,000 ਫੁੱਟ, ਉੱਥੇ ਉਹ ਕੁਝ ਨਹੀਂ ਹੈ। ਜੇ ਉੱਥੇ ਉਹ ਨਹੀਂ ਹੈ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਇੱਥੇ ਵੀ ਉਹ ਨਹੀਂ ਹੈ। ਇੱਥੇ ਆਕਸੀਜਨ ਹੈ, ਕੁਝ ਹਜ਼ਾਰ ਮੀਟਰ ਉਤਾਂਹ ਨੂੰ ਚਲੇ ਜਾਈਏ ਤਾਂ ਉੱਥੇ ਨਹੀਂ ਹੈ। ਇਹਦਾ ਮਤਲਬ ਕੀ ਹੋਇਆ ਵੀ ਨਹੀਂ ਹੈ, ਆਕਸੀਜਨ ਹੁੰਦੀ ਨਹੀਂ। ਰੱਬ ਦੇ ਪਿਆਰੇ ਮਹਾਂਪੁਰਸ਼ਾਂ ਦੀ ਸੁਰਤ ਜਿੱਥੇ ਪਹੁੰਚ ਜਾਂਦੀ ਆ, ਉੱਥੇ ਜਨਮ ਮਰਨ ਨਹੀਂ ਹੈ। ਪਰ ਜਦੋਂ ਤੱਕ ਥੱਲੇ ਹੈ ਸੁਰਤ ਮਨੁੱਖ ਦੀ, ਇਹ ਸੰਸਾਰ ਨਾਲ ਜੁੜਿਆ ਹੋਇਆ, ਤੇ ਸੰਸਾਰ ਨਾਲ ਜੁੜੇ ਨੂੰ ਜਨਮ ਵੀ ਹੈ ਤੇ ਮਰਨ ਵੀ ਹੈ। ਜਿਹੜਾ ਨਿਰੰਕਾਰ ਨਾਲ ਜੁੜ ਗਿਆ, ਉਹਦਾ ਨਾ ਜਨਮ ਹੈ ਨਾ ਮਰਨ ਹੈ। ਨਿਰੰਕਾਰ ਨਾਲ ਜੁੜੇ ਹੋਏ ਦਾ ਜਨਮ ਮਰਨ ਨਹੀਂ। ਇਸ ਕਰਕੇ ਇਹਨਾਂ ਦੋਵਾਂ ਵਿਸ਼ਿਆਂ ਨੂੰ ਮਿਲਾ ਦਿੰਦੇ ਆ ਵੀਰ ਜੀ। ਕੋਈ ਜਨਮ ਮਰਨ ਨਹੀਂ ਹੁੰਦਾ, ਕੋਈ ਸਵਰਗ ਨਰਕ ਨਹੀਂ ਹੁੰਦਾ। ਸੰਸਾਰ ਦੀ ਪੱਧਤੀ ਤੇ ਜੀਵਨ ਵਾਲੇ ਮਨੁੱਖ, ਉਹਨਾਂ ਲਈ ਜਨਮ ਮਰਨ ਵੀ ਆ, ਉਹਨਾਂ ਲਈ ਨਰਕ ਸਵਰਗ ਵੀ ਆ, ਉਹਨਾਂ ਲਈ ਧਰਮ ਰਾਜਾ ਵੀ ਆ, ਉਹਨਾਂ ਲਈ ਜਮਦੂਤ ਵੀ ਨੇ। ਨਿਰੰਕਾਰ ਨਾਲ ਜੁੜਿਆ ਹੋਇਆ ਵਾਸਤੇ ਨਾ ਧਰਮ ਰਾਜਾ, ਨਾ ਜਨਮ ਹੈ, ਨਾ ਮਰਨ ਹੈ, ਨਾ ਨਰਕ ਹੈ, ਨਾ ਸਵਰਗ ਹੈ। ਉਹਨਾਂ ਲਈ ਤਾਂ ਇਹ ਸਭ ਕੁਝ ਕਹਾਵਤ ਹੋ ਜਾਂਦਾ, ਕਿਉਂਕਿ ਜਦੋਂ ਇਹ ਸਾਰਾ ਕੁਝ ਮਿੱਥਿਆ ਹੀ ਸਮਝ ਲੈਂਦੇ ਆ ਵੀ ਇਹ ਸਭ ਕੁਝ ਝੂਠ ਹੈ, ਫਿਰ ਉਹਨਾਂ ਤੇ ਵਿਆਪੇਗਾ ਕਿਵੇਂ, ਉਹਨਾਂ ਤੇ ਭਾਰੀ ਕਿਵੇਂ ਪਵੇਗਾ। ਇਸ ਕਰਕੇ ਇੱਥੇ ਗੁਰਦੇਵ ਕਹਿੰਦੇ ਤਹ ਜਨਮ
ਨਾ ਮਰਨ ਨਾ ਆਵਣ ਜਾਣਾ। ਕਹਿੰਦੇ ਰੱਬ ਦੇ ਪਿਆਰਿਆਂ ਨੂੰ ਨਾ ਜਨਮ ਹੈ, ਨਾ ਮਰਨਾ ਹੈ, ਨਾ ਆਉਣਾ ਹੈ, ਨਾ ਜਾਣਾ ਹੈ, ਨਿਹਚਲ ਸਰਣੀ ਪਾਈ ਹੈ। ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਨਿਹਚਲ ਸ਼ਰਨ ਨੂੰ ਪ੍ਰਾਪਤ ਕਰ ਲਿਆ ਹੈ। ਪ੍ਰੇਮ ਵਿਛੋਹ ਨ ਮੋਹ ਵਿਆਪੈ, ਨਾਨਕ ਹਰ ਏਕ ਧਿਆਈਐ। ਜਿਹੜੇ ਇੱਕ ਨੂੰ ਧਿਆਉਂਦੇ ਹਨ, ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਪ੍ਰੇਮ ਵਿਛੋਹ ਆਦਿਕ ਜਾਂ ਮੋਹ ਆਦਿਕ ਦੀਆਂ ਬਿਰਤੀਆਂ ਨਹੀਂ ਵਿਆਪਦੀਆਂ। ਪ੍ਰੇਮ ਦੇ ਵਿੱਚ ਵਿਛੋਹ ਹੁੰਦਾ ਨਾ, ਵਿਛੋੜਾ ਹੁੰਦਾ। ਜਿਹੜੇ ਉਸ ਇੱਕ ਨੂੰ ਧਿਆਉਂਦੇ ਆ, ਜਦੋਂ ਉਹਨੂੰ ਮਿਲ ਹੀ ਗਏ ਤੇ ਫਿਰ ਉਹਨਾਂ ਨੂੰ ਵਿਛੋੜਾ ਕਿਵੇਂ ਵਿਆਪੇਗਾ? ਮਿਲ ਹੀ ਗਏ। ਸੰਸਾਰ ਦੇ ਪਦਾਰਥਾਂ ਦਾ ਜਿਹੜਾ ਮੋਹ ਜਾਂ ਮਮਤਾ ਦੀ ਬਿਰਤੀ ਹੈ, ਇਹ ਵੀ ਉਹਨਾਂ ਗੁਰਮੁਖਾਂ ਨੂੰ ਨਹੀਂ ਵਿਆਪਦੀ। ਇਸ਼ਟ ਧਾਰ ਮਨ ਵਿਧਿਆ ਪਿਆਰੇ, ਰਤੜੇ ਸਹਿਜ ਸੁਭਾਏ। ਜਦੋਂ ਉਸ ਵਾਹਿਗੁਰੂ ਨੇ ਸਾਡੇ ਤੇ ਆਪਣੀ ਦ੍ਰਿਸ਼ਟੀ ਧਾਰ ਕੇ, ਰਹਿਮਤ ਭਰੀ ਦ੍ਰਿਸ਼ਟੀ ਧਾਰ ਕੇ ਵੇਖਿਆ ਤਾਂ ਸਾਡਾ ਮਨ ਉਸ ਰੱਬ ਦੇ ਰੰਗ ਵਿੱਚ ਵਿੰਨਿਆ ਗਿਆ। ਰਤੜੇ ਸਹਿਜ ਸੁਭਾਏ, ਸੁਤੇ ਸਿਧ ਸੁਭਾਵਕ ਹੀ ਉਸ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰਤੜੇ ਕਹੀਏ ਰੰਗੇ ਗਏ। ਉਹਦੇ ਪ੍ਰੇਮ ਰੰਗ ਵਿੱਚ ਰੰਗੇ ਗਏ। ਜਦੋਂ ਉਸਨੇ ਵੇਖਿਆ ਤੇ ਫਿਰ ਨਿਹਾਲ ਹੋ ਗਏ, ਕਿਰਤਾਰਥ ਹੋ ਗਏ। ਸੇਜ ਸੁਹਾਵੇ ਸੰਗ ਮਿਲ ਪ੍ਰੀਤਮ, ਆਨੰਦ ਮੰਗਲ ਗੁਣ ਗਾਏ। ਕਹਿੰਦੇ ਉਹਨਾਂ ਦੇ ਅੰਤఃਕਰਣ ਦੀ ਸੇਜ ਸੁਹਾਵਣੀ ਹੋ ਜਾਂਦੀ ਹੈ। ਸੰਗ ਮਿਲ ਪ੍ਰੀਤਮ, ਪਿਆਰੇ ਪ੍ਰੀਤਮ ਦੇ ਸੰਗ ਮਿਲ ਕੇ ਆਨੰਦ ਮੰਗਲ ਗੁਣ ਗਾਏ। ਉਹ ਵਾਹਿਗੁਰੂ ਪਰਮੇਸ਼ਰ ਦੇ ਆਨੰਦਮਈ ਮੰਗਲਾਂ ਨੂੰ, ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਸਖੀ ਸਹੇਲੇ RAM ਰੰਗ ਰਾਤੇ, ਮਨ ਤਨ ਇੱਛ ਪੁਜਾਏ। ਉਹ ਸਖੀਆਂ ਤੇ ਸਹੇਲੀਆਂ RAM ਦੇ ਰੰਗ ਵਿੱਚ ਰਤੀਆਂ ਜਾਂਦੀਆਂ ਹਨ। ਸਖੀ ਸਹੇਲੀ RAM ਰੰਗ ਰਾਤੀ, ਉਹ ਸਖੀਆਂ ਸਹੇਲੀਆਂ RAM ਦੇ ਰੰਗ ਵਿੱਚ ਰਤੀਆਂ ਜਾਂਦੀਆਂ। ਮਨ ਤਨ ਇੱਛ ਪੁਜਾਏ, ਮਨ ਕਰਕੇ ਔਰ ਤਨ ਕਰਕੇ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਵਾਹਿਗੁਰੂ ਜੀ ਪੂਰਨ ਕਰ ਦਿੰਦੇ ਨੇ। 6 ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਜਦੋਂ ਵੀ ਸਾਹਿਬ ਨੇ ਕਦੇ ਪੁੱਛਿਆ, ਬਾਬਾ ਬੁੱਢਾ ਸਾਹਿਬ ਜੀ ਕੋਈ ਕਾਮਨਾ, ਕੋਈ ਇੱਛਾ, ਅੱਗੋਂ ਹਰ ਵੇਰ ਇਹੀ ਜਵਾਬ ਹੁੰਦਾ ਸੀ, ਮਹਾਰਾਜ ਕੋਈ ਕਾਮਨਾ ਨਹੀਂ, ਆਪਣੇ ਚਰਨਾਂ ਦੀ ਸਿੱਖੀ ਬਖਸ਼ੋ। ਇੱਛਾਵਾਂ ਦੀ ਪੂਰਤੀ ਦਾ ਮਤਲਬ ਇਹ ਨਹੀਂ ਕਿ ਇੱਛਾ ਪੂਰਤ ਹੁੰਦੀ ਚਲੀ ਜਾਏ, ਇੱਛਾ ਕਰੋ ਫਿਰ ਪੂਰੀ ਹੋ ਜਾਏ, ਫਿਰ ਤਾਂ ਇੱਛਾਵਾਂ ਮੁੱਕਣੀਆਂ ਨਹੀਂ। ਇੱਕ ਐਸੀ ਅਵਸਥਾ ਹੈ ਜਿੱਥੇ ਜਾ ਕੇ ਕੋਈ ਇੱਛਾ ਰਹਿੰਦੀ ਨਹੀਂ, ਜਿੱਥੇ ਜਾ ਕੇ ਕੋਈ ਕਾਮਨਾ ਹੀ ਨਹੀਂ ਰਹਿੰਦੀ। ਜਿੱਥੇ ਬਾਬਾ ਬੁੱਢਾ ਸਾਹਿਬ ਜੀ ਪਹੁੰਚੇ ਹੋਏ, ਭਾਈ ਗੁਰਦਾਸ ਜੀ ਪਹੁੰਚੇ ਹੋਏ, ਭਾਈ ਦਇਆ ਸਿੰਘ ਧਰਮ ਸਿੰਘ ਜੀ ਵਰਗੇ ਮਹਾਂਪੁਰਸ਼ ਪਹੁੰਚੇ ਹੋਏ ਸਨ। ਉੱਥੇ ਪਹੁੰਚ ਕੇ ਤਾਂ ਫਿਰ ਕੋਈ ਇੱਛਾ ਰਹਿ ਹੀ ਨਹੀਂ ਜਾਂਦੀ, ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ। ਵਾਹਿਗੁਰੂ ਹੁਣ ਕਿਹੜੀ ਇੱਛਾ ਕਰੀਏ? ਸਖੀ ਸਹੇਲੀ RAM ਰੰਗ ਰਾਤੀ, ਜਿਹੜੀਆਂ ਸਖੀਆਂ ਸਹੇਲੀਆਂ ਉਸ RAM ਦੇ ਰੰਗ ਵਿੱਚ ਰਤੀਆਂ ਗਈਆਂ। ਮਨ ਤਨ ਇੱਛ ਪੁਜਾਏ, ਉਹਨਾਂ ਦਾ ਮਨ ਵੀ ਰੱਜ ਗਿਆ, ਉਹਨਾਂ ਦਾ ਤਨ ਵੀ ਰੱਜ ਗਿਆ। ਨਹੀਂ ਤਾਂ ਇਹ ਤਨ ਵੀ ਨਹੀਂ ਰੱਜਦਾ ਤੇ ਮਨ ਵੀ ਨਹੀਂ ਰੱਜਦਾ। ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਵ ਨ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਇਹ ਤਨ ਕਿੱਥੇ ਰੱਜਦਾ? ਨਾ ਅੱਖਾਂ ਰੱਜਦੀਆਂ ਨੇ, ਨਾ ਕੰਨ ਰੱਜਦੇ ਨੇ, ਨਾ ਜ਼ੁਬਾਨ ਰੱਜਦੀ ਹੈ ਸਵਾਦ ਚੱਖ ਚੱਖ ਕੇ, ਨਾ ਚਮੜੀ ਰੱਜਦੀ ਹੈ, ਨਾ ਨੱਕ ਰੱਜਦਾ ਹੈ। ਪਾਤਸ਼ਾਹ ਕਹਿੰਦੇ ਜਿਹੜੇ ਉਸ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਨੇ,
ਉਹਨਾਂ ਦਾ ਮਨ ਵੀ ਰੱਜ ਜਾਂਦਾ ਹੈ, ਉਹਨਾਂ ਦਾ ਤਨ ਵੀ ਰੱਜ ਜਾਂਦਾ ਹੈ। ਸਾਰੀਆਂ ਇੱਛਾਵਾਂ ਵਾਹਿਗੁਰੂ ਜੀ ਉਹਨਾਂ ਦੀਆਂ ਪੂਰਨ ਕਰ ਦਿੰਦੇ ਹਨ। ਨਾਨਕ ਅਚਰਜ ਅਚਰਜ ਸਿਉ ਮਿਲਿਆ, ਕਹਿਣਾ ਕਛੂ ਨ ਜਾਏ। ਪਾਤਸ਼ਾਹ ਕਹਿੰਦੇ ਅਸਚਰਜ ਅਸਚਰਜ ਨੂੰ ਜਾ ਮਿਲਿਆ। ਪਰਮਾਤਮਾ ਅਸਚਰਜ ਹੈ ਨਾ, ਤੇ ਸਾਡੇ ਅੰਦਰ ਜਿਹੜੀ ਪਰਮਾਤਮਾ ਦੀ ਆਤਮਾ ਹੈ ਉਹ ਵੀ ਅਸਚਰਜ ਹੈ। ਅਸਚਰਜ ਅਸਚਰਜ ਨੂੰ ਜਾ ਮਿਲੀ। ਹੁਣ ਜਦੋਂ ਅਸਚਰਜ ਅਸਚਰਜ ਨੂੰ ਜਾ ਮਿਲਿਆ ਤੇ ਹੁਣ ਅਸਚਰਜ ਦੇ ਵਿੱਚ ਤਾਂ ਬੋਲ ਬਾਣੀ ਰਹਿੰਦੀ ਨਹੀਂ, ਬੋਲਿਆ ਹੀ ਨਹੀਂ ਜਾਂਦਾ। ਕੀ ਬੋਲੀ? ਜਦੋਂ ਅਸੀਂ ਬਿਲਕੁਲ ਵਿਸਮਾਦ 'ਚ ਚਲੇ ਜਾਈਏ, ਉਹਨੂੰ ਕਹਿੰਦੇ ਨੇ ਅਦਭੁਤ ਰਸ ਵਿੱਚ, ਵਿਸਮਾਦ ਰਸ ਵਿੱਚ, ਉੱਥੇ ਤਾਂ ਬੋਲਿਆ ਹੀ ਨਹੀਂ ਜਾਂਦਾ, ਕਿਹਾ ਹੀ ਨਹੀਂ ਜਾਂਦਾ। ਕਿਉਂਕਿ ਪਰਮਾਤਮਾ ਸਾਡੀ ਮਨ ਤੇ ਬਾਣੀ ਦਾ ਵਿਸ਼ਾ ਨਹੀਂ। ਉਹਨੂੰ ਨਾ ਅਸੀਂ ਬਚਨਾਂ ਦੁਆਰਾ ਕਥਨ ਕਰ ਸਕਦੇ ਹਾਂ, ਨਾ ਮਨ ਕਰਕੇ। ਮਨ ਬਾਣੀ ਦਾ ਵਿਸ਼ਾ ਹੀ ਨਹੀਂ, ਆ ਵਿਸ਼ੇ ਹੈ ਮਨ ਬਾਣੀ ਤੋਂ। ਹੁਣ ਜਦੋਂ ਮਨ ਬਾਣੀ ਤੋਂ ਵਿਸ਼ੇ ਨਹੀਂ ਕੀਤਾ ਜਾਂਦਾ, ਫਿਰ ਕਹਿਣਾ ਕਛੂ ਨਾ ਜਾਏ, ਫਿਰ ਉਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾਂਦਾ। ਜਦੋਂ ਅਸਚਰਜ ਜਾ ਕੇ ਅਸਚਰਜ ਨੂੰ ਮਿਲ ਗਿਆ, ਜਦੋਂ ਅਸਲਾ ਅਸਲੇ ਨੂੰ ਜਾ ਮਿਲਿਆ, ਜੋ ਅਸਲਾ ਸੀ ਸਾਡੇ ਅੰਦਰ ਉਸ ਪ੍ਰਮਾਤਮਾ ਦਾ, ਉਸ ਅਸਲ ਮੂਲ ਨੂੰ ਜਾ ਮਿਲਿਆ, ਫਿਰ ਤਾਂ ਕੁਝ ਕਹਿਣ ਨੂੰ ਬਾਕੀ ਨਹੀਂ ਰਹਿ ਗਿਆ। ਜੋਤ ਜੋਤ ਵਿੱਚ ਮਿਲ ਗਈ, ਆਤਮ ਪਰਮਾਤਮ ਸਵਰੂਪ ਹੋ ਗਏ। ਉਸ ਅਸਚਰਜ ਵਿੱਚ ਮਿਲੇ ਹੋਏ, ਵਿਸਮਾਦ ਵਿੱਚ ਮਿਲੇ ਹੋਏ, ਉਹਨਾਂ ਦੀ ਅਵਸਥਾ ਬਣ ਗਈ ਬਿਸਮ 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 ਹੀ ਪਈ ਹੈ। ਲਾਲ ਗੁਲਾਲ ਰੰਗਾਰ ਹੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰ ਹੈ। ਉਹ ਐਸੇ ਵਿਸਮਾਦ ਵਿੱਚ, ਐਸੇ ਅਸਚਰਜ ਵਿੱਚ ਜਾ ਕੇ ਟਿਕ ਗਏ। ਗਰੀਬ ਨਵਾਜ ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਜ ਦੇ ਇਸ ਪਵਿੱਤਰ ਪਾਵਨ ਸ਼ਬਦ ਦੁਆਰਾ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਕਿ ਹੇ ਭਾਈ, ਵਿਸ਼ੇ ਵਿਕਾਰਾਂ ਦੇ ਰਸ ਦਾ ਤਿਆਗ ਕਰਕੇ ਨਾਮ ਦਾ ਮਹਾਰਸ ਮਾਣੋ। ਜਿਹੜੇ ਨਾਮ ਦਾ ਮਹਾਰਸ ਮਾਣਦੇ ਹਨ ਉਹ ਸदैव ਹੀ ਸੁਖੀ ਹੋ ਜਾਂਦੇ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗਾਧ ਬੋਧ ਬਾਣੀ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ, ਬੇਨਤੀ ਹੈ, ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਮਦ ਦਾ ਦਿਨ ਮਨਾਇਆ ਜਾ ਰਿਹਾ ਹੈ। ਜਿਸ ਦਿਨ ਗਰੀਬ ਨਵਾਜ ਪਾਤਸ਼ਾਹ ਜੀ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਚਰਨ ਪਾ ਕੇ ਧਰਤੀ ਨੂੰ ਭਾਗ ਲਾਏ, 2 ਅਕਤੂਬਰ ਦਾ ਦਿਨ ਹੈ। 2 ਅਕਤੂਬਰ ਵਾਲੇ ਦਿਨ ਸਾਲਾਨਾ ਗੁਰਮਤਿ ਸਮਾਗਮ ਮਨਾਏ ਜਾ ਰਹੇ ਨੇ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਰਨਗੇ। ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਔਰ ਰਾਤ ਦੇ ਦੀਵਾਨ 7 ਤੋਂ ਤਕਰੀਬਨ 10:30 ਵਜੇ ਤੱਕ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘ, ਕਥਾਕਾਰ ਸਿੰਘ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੂਸਰੀ ਬੇਨਤੀ ਕਿ ਉਸੇ ਦਿਨ ਹੀ ਮਹਾਰਾਜ ਜੀ ਦਾ ਜੋ ਪਾਵਨ ਨਵਾਂ ਸੁਖਾਸਣ ਸਥਾਨ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਬਣ ਕੇ ਤਿਆਰ ਹੋਇਆ ਹੈ। ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਜੀ ਵੱਲੋਂ ਸਮੂਹ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਜੀ ਦੇ ਪਾਵਨ ਸੁਖਾਸਣ ਸਥਾਨ ਦੀ ਜਿਹੜੀ ਸੇਵਾ ਸੰਪੰਨ ਹੋਈ ਹੈ, ਉੱਥੇ ਸਤਿਗੁਰਾਂ ਦੇ ਪਾਵਨ ਸਵਰੂਪ ਜੋ ਹਨ ਉਹ ਸੁਭਾਏਮਾਨ ਕੀਤੇ ਜਾਣੇ ਨੇ। ਪਹਿਲੇ ਦਿਨ ਉਹ ਵੀ 2 ਅਕਤੂਬਰ ਵਾਲੇ ਦਿਨ ਤਕਰੀਬਨ 6 ਵਜੇ ਦਾ ਸਮਾਂ ਜਿਹੜਾ ਹੈ ਉਹ ਰੱਖਿਆ ਗਿਆ ਪ੍ਰਬੰਧਕਾਂ ਵੱਲੋਂ। ਉਸ ਸਮੇਂ ਵੀ ਸਾਰੀਆਂ ਸੰਗਤਾਂ ਹਾਜ਼ਰੀਆਂ ਭਰੋ ਔਰ ਸਤਿਗੁਰੂ 9ਵੇਂ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।